वाहिगुरु। आसा महला पंजवा। एक तुके चौपदे। एक घड़ी दिनस मुक बहुत दिहारे। मन ना रहे कैसे मिलो प्यारे। एक पल दिन स मोको कबू ना बिहावे। दर्शन की मन आस कनेरी। कोई ऐसा संत मोको पिरह मिलावे रहा। चार पहर चौं जुगे समाने। रैन पई तब अंत न जान। पंज दूत मिल पिरों विछोड़ी। परम परम रोवे हाथ पछोड़ी। जन नानक को हर दर्श दिखाया। आत्म चीन परम सुख पाया। कबीर तू तू करता तू मुझ में रहा ना हूँ। जब आपा पर का मिट गया। जत देखा तत तू। ज़हरा ज़हूर हाजरा हजूर सर्व कला भरपूर समर्थ गुरु। लोक परलोक दे रखे भगत वछले वछल गुरुआं भगतां भट्टां सिखां दी इलाही बाणी। बाणी गुरु जोत रूप दे विच धन धन श्री गुरु ग्रंथ साहब महाराज जी दी पावन पवित्र गोद हजूरी दे विच गुर शब्द दे नाल जुड़ बैठी जुड़ रही सा संगत। गुरु साहब ने अपार बख्शिश मेहर दया कीती है। जीवन दे बचे हुए सवासां नूं लेखे विच लाउण दा समां बख्शिया महाराज जी ने। सो गुरु साहब जी मेहर करन दया करन। जिहड़ा समां सानूं बख्शिश कीता है वो समां सफल हो जाए लेखे विच लग जाए तां वधिया गल है। कई बार बैठे होए दा सुणदे होए दा सुणाउंदे होए दा भी समां लेखे विच नहीं लगता। कई बार बैठे होए दा सुणदे होए दा सुणाउंदे होए दा वक्ते दा स्रोते दा समां जिहड़ा कई बार लेखे विच नहीं लगता। ते कई बार बहुत ही छेती जिहड़ा समां
ਉਹ ਬਣ ਜਾਂਦਾ ਇਕਾਗਰਤਾ ਦੇ ਨਾਲ, ਔਰ ਬਹੁਤ ਹੀ ਛੇਤੀ ਜਿਹੜਾ ਹੈ ਉਹ ਲੇਖੇ ਵਿੱਚ ਲੱਗ ਜਾਂਦਾ, ਰਸ ਆ ਜਾਂਦਾ। ਸਮਾਂ ਲੇਖੇ ਵਿੱਚ ਲੱਗੇ, ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਇਹਦੇ ਲਈ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਉਂ ਅੰਕਿਤ ਕੀਤਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪਰਮਾਤਮਾ ਦੇ ਨਾਲ ਪਿਆਰ ਜਿਹੜਾ ਹੈ ਉਹ ਅੰਦਰੋਂ ਜਿਹੜਾ ਪੂਰਾ ਖਿੱਚ ਬਣਾ ਕੇ ਕਰਨਾ, ਨਾ ਕਿ ਦਿਖਾਵੇ ਵਾਲਾ। ਜਦੋਂ ਅੰਦਰੋਂ ਸਾਡੀ ਖਿੱਚ ਹੋਏਗੀ ਤੇ ਫਿਰ ਸਾਡੀ ਇਕਾਗਰਤਾ ਵੀ ਬਣੇਗੀ। ਜੇ ਅੰਦਰਲੀ ਖਿੱਚ ਹੋਏਗੀ ਤੇ ਜ਼ਿੰਮੇਵਾਰੀ ਵੀ ਮਨ ਨਿਭਾ ਦੇਵੇਗਾ। ਜੇ ਅੰਦਰੋਂ ਖਿੱਚ ਨਾ ਹੋਈ ਤੇ ਜ਼ਿੰਮੇਵਾਰੀ ਵੀ ਨਹੀਂ ਨਿਭਾਏਗਾ। ਜਿਹਨੂੰ ਪੜ੍ਹਨ ਦੀ ਖਿੱਚ ਹੁੰਦੀ ਹੈ ਉਹ ਆਪਣਾ ਹੋਮਵਰਕ ਵੀ ਕਰ ਲੈਂਦੇ ਆ। ਜਿਹਨੂੰ ਪੜ੍ਹਨ ਦੀ ਖਿੱਚ ਹੁੰਦੀ ਹੈ ਉਹ ਸਮੇਂ ਸਿਰ ਸਕੂਲ ਵੀ ਚਲੇ ਜਾਂਦੇ ਹਨ। ਜਿਹਨੂੰ ਪੜ੍ਹਨ ਦੀ ਖਿੱਚ ਨਹੀਂ ਹੁੰਦੀ ਉਹ ਬਹਾਨੇ ਵੀ ਲਾਉਂਦੇ ਹਨ। ਉਹ ਪੜ੍ਹ ਕੇ ਵੀ ਨਹੀਂ ਜਾਂਦੇ, ਹੋਮਵਰਕ ਵੀ ਨਹੀਂ ਕਰਕੇ ਜਾਂਦੇ, ਔਰ ਸਕੂਲੇ ਵੀ ਸਮੇਂ ਦੇ ਨਾਲ ਨਹੀਂ ਪਹੁੰਚਦੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਖਿੱਚ ਨਹੀਂ ਹੁੰਦੀ। ਬਾਣੀ ਵਿੱਚ ਲਿਖਿਆ ਵੀ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ ਹੈ। ਜਿਹੜੇ ਰਤੇ ਹੁੰਦੇ ਨੇ, ਮਹਾਰਾਜ ਜੀ ਕਹਿੰਦੇ ਜਿਹੜੇ ਇਸ਼ਕ ਵਿੱਚ ਰਤੇ ਹੁੰਦੇ ਨੇ, ਬਾਣੀ ਵਿੱਚ ਲਿਖਿਆ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਜਿਹੜੇ ਉਸ ਮਾਲਕ ਪਰਵਤਗਾਰ ਅੱਲਾਹ ਵਾਹਿਗੁਰੂ ਰਾਮ ਦੀ ਯਾਦ ਵਿੱਚ ਲੱਗੇ ਹੁੰਦੇ ਹਨ, ਪਾਤਸ਼ਾਹ ਜੀ ਕਹਿੰਦੇ ਉਹ ਮੁੱਖ ਨਹੀਂ ਮੋੜਦੇ। ਉਹਨਾਂ ਦੇ ਅੰਦਰ ਜਿਹੜੀ ਹੈ ਖਿੱਚ ਜਿਹੜੀ ਬਣੀ ਰਹਿੰਦੀ ਹੈ, ਖਿੱਚ ਬਣੀ ਰਹਿੰਦੀ ਹੈ। ਜਦੋਂ ਅੰਦਰਲੀ ਖਿੱਚ ਘਟਦੀ ਹੈ ਤੇ ਬੰਦੇ ਦੀ ਅਡੋਲਤਾ ਜਿਹੜੀ ਹੈ ਉਹ ਵੱਧ ਜਾਂਦੀ ਹੈ ਜਾਂ ਹੋ ਜਾਂਦੀ ਹੈ। ਜਦੋਂ ਖਿੱਚ ਵੱਧਦੀ ਹੈ ਤੇ ਫਿਰ ਅੰਦਰ ਇਕਾਗਰਤਾ ਵੀ ਆ ਜਾਂਦੀ ਹੈ। ਫਿਰ ਇਨਸਾਨ ਗੁਰੂ ਦੇ ਕੋਲ ਵੀ ਚਲਾ ਜਾਂਦਾ, ਹਾਜ਼ਰੀ ਵੀ ਲਵਾ ਲੈਂਦਾ, ਸਭ ਕੁਝ ਕਰ ਲੈਂਦਾ। ਇਸ ਕਰਕੇ ਜਦੋਂ ਤੱਕ ਸਾਚੇ ਨਾਮ ਕੀ ਲਾਗੇ ਭੋਗ, ਤੋਂ ਭੁੱਖੇ ਖਾਏ ਚਲੀਏ ਦੁੱਖ। ਜਦੋਂ ਤੱਕ ਇਹ ਭੁੱਖ ਨਾ ਲੱਗੇ ਉਦੋਂ ਤੱਕ ਇਨਸਾਨ ਜਿਹੜਾ ਹੈ ਉਹ ਕੋਈ ਵੀ ਚੀਜ਼ ਜਿਹੜੀ ਹੈ ਉਹ ਕਰਦਾ ਨਹੀਂ। ਜਿਵੇਂ ਕਿਸੇ ਨੂੰ ਭੁੱਖ ਨਾ ਲੱਗੀ ਹੋਵੇ, 1 ਵਜੇ ਉਹਦਾ ਰੋਟੀ ਦਾ ਟਾਈਮ ਹੋਵੇ, ਕਈ ਵਾਰ ਕਹਿੰਦਾ ਅਜੇ ਭੁੱਖ ਨਹੀਂ, ਉਹ 2-3 ਵਜਾ ਦਿੰਦਾ। ਇਸ ਤਰ੍ਹਾਂ ਹੁੰਦਾ ਨਾ, ਉਹਨੂੰ ਭੁੱਖ ਨਹੀਂ, ਇਸ ਕਰਕੇ ਉਸਨੇ ਆਪਣਾ ਸਮਾਂ ਵੀ ਉਹ ਜਿਹੜਾ ਹੈ ਤਿਆਗ ਦਿੱਤਾ। ਜਿਹੜਾ ਸਮਾਂ ਸੀ ਉਸਦਾ, ਕਿਸੇ ਦੇ ਲੰਚ ਦਾ ਟਾਈਮ ਸੀ 1 ਵਜੇ, ਉਹਨੇ ਉਸ ਸਮੇਂ ਨੂੰ ਯਾਦ ਨਹੀਂ ਰੱਖਿਆ। ਉਸਨੇ ਉਸ ਸਮੇਂ ਨੂੰ ਦੇ ਦੌਰਾਨ ਉਹ ਖਾਣਾ ਭੋਜਨ ਨਹੀਂ ਖਾਧਾ, ਕਿਉਂਕਿ ਉਸਨੂੰ ਭੁੱਖ ਨਹੀਂ ਸੀ। ਜਿਸ ਨੂੰ ਭੁੱਖ ਹੋਵੇ ਉਹ ਪਹਿਲਾਂ ਹੀ ਕਹਿ ਦਿੰਦਾ ਹੈ ਵੀ ਤਿਆਰੀ ਹੋ ਗਈ। ਜੇ ਉਸਨੇ 1 ਵਜੇ ਲੰਚ ਕਰਨਾ ਹੈ, ਦੁਪਹਿਰ ਦਾ ਪ੍ਰਸ਼ਾਦਾ ਛਕਣਾ, ਉਹ ਪਹਿਲਾਂ ਹੀ ਪੁੱਛਣਾ ਸ਼ੁਰੂ ਕਰ ਦਿੰਦਾ। ਕਿਉਂ? ਉਹਨੂੰ ਭੁੱਖ ਹੈ, ਉਹਨੂੰ ਭੁੱਖ ਹੈ। ਜਿਹਨੂੰ ਚਾਅ ਹੋਵੇ ਵਿਆਹ ਸ਼ਾਦੀ ਦਾ, ਉਹ ਪਹਿਲਾਂ ਹੀ ਲੀੜੇ ਕੱਪੜੇ ਸਵਾ ਲੈਂਦਾ। ਜਿਹਨੂੰ ਨਾ ਚਾਹ ਹੋਵੇ ਉਹ ਕਹਿੰਦਾ ਕੋਈ ਨਹੀਂ, ਪਹਿਲੇ ਹੀ ਬਣੇ ਪਾ ਲਵਾਂਗੇ। ਜਿਸ ਨੂੰ ਜ਼ਿੰਮੇਵਾਰੀ ਹੁੰਦੀ ਹੈ ਉਹ ਸਾਉਣ ਦੇ ਮਹੀਨੇ ਦੇ ਬੱਦਲਾਂ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਕੋਠਿਆਂ ਨੂੰ ਲਿਪ ਲੈਂਦਾ। ਔਰ ਜਿਹੜਾ ਜ਼ਿੰਮੇਵਾਰ ਨਾ ਹੋਵੇ ਉਹ ਪਰਵਾਹ ਨਹੀਂ ਕਰਦਾ, ਉਹਦਾ ਕੋਠਾ ਢਹਿ ਜਾਂਦਾ।
गल तो है साडा जीवन तां ही बनना, साडे अंदर एकाग्रता तां ही आनी है जे साडे अंदर खिच होएगी। मैं तुहानूं रोज़ कीर्तन कथा दे नाल गुरु की किरपा नाल जोड़दा। जे मेरे अंदर खिच बनदी है तो रस तां तुहानूं आउंदा, मैनूं भी आउंदा पहलां, फिर तुहानूं आउंदा। जिदन मेरे अंदरों रस घटेगा, खिच घटेगी, सामने वाले को भी आनंद नहीं आएगा। पर असूल ये है, कानून ये कहता है कि बंदे नूं जो भी काम कुदरत ने दिता होवे उहदे विच ईमानदारी, उहदे विच दिलचस्पी, उहदे विच इंटरस्ट, उहदे विच दिल ला के मन ला के उसनूं वो करना चाहिए, वो कामयाबी वल वधदा है। जिहड़ा इंसान सफल होया हुंदा लोग उहदियां उदाहरणां दिंदे ने। सफल कोई किद्दां हुंदा, वो अपने इरादे का बड़ा पक्का हुंदा, वो अपने टाइम टेबल का समय का बड़ा पक्का हुंदा, वो अपने नितनेम का बड़ा पक्का हुंदा। उसका बोल, उसका सुनना, उसका मिलवर्तन बहुत चंगा हुंदा, उसकी डीलिंग जिहड़ी बड़ी वधिया हुंदी है। तो इस करके वो सारिਆਂ ਨੂੰ इंप्रैस कर दिंदा। लोग कहते हैं भी वो बंदा जिहड़ा है बहुत सियाणा है, बहुत सफल है, ਉਹਦੇ वर्गे बनो। कभी भी किसी ने असफल बंदे दे वल उंगल करके नहीं किया बच्चिओ भी उस वर्गे बनो। जिहड़ा जिंदगी दे विच कामयाब नहीं होया, जिसने जिंदगी दे विच कुछ प्राप्त नहीं किया, जिसने मल्लां नहीं मारियां, कभी भी उसकी उदाहरण नहीं दी जाती भी तुसीं उस वर्गे बनो। जिहड़ा सफल होया है उस वर्गे ही बनया जाता है। किसी को सफल बनाने दे लई रोल मॉडल जिहड़ा वो सफल इंसान होना चाहिए। सफल तो जे किसी का रोल मॉडल ही गलत हो गया, होर ही किसी ने उसने बना लिया गुरु तो छड्ड के, फिर उसकी जिंदगी जिहड़ी है वो डावाडोल हमेशा रहेगी। इस करके गुरु महाराज जी बाणी दे विच उचारण करते हैं भी परमात्मा का नाम भी लै पर बहुत ध्यान दे नाल, अपनी ड्यूटी कर बड़े प्रेम दे नाल। महाराज जी कहते किवें दस दिने आ तैनूं। भगत कबीर जी कहते राम जपो जी, ऐसे ऐसे ध्रुव प्रहलाद जपियो हर जैसे। उदा जप जिन्हां उन्हां भगतां ने जपिया उन्हां तू सेध लै, तां तू अपनी जिंदगी दे विच जीवन दे विच सफल हो जाएगा। नहीं तो बंदा असफल तो है ही है, असफल तो है ही है। सफलता भागां वाले सियाणे लोग हासिल करया करते हैं। जिहड़े सफलता हासिल करते हैं वो उद्यम करते हैं। उद्यम अगे लक्ष्मी ते पखे अगे पाउण। जिसने अमृत वेले उद्यम कर लिया वो सारे काम हो जाने ने, ते जिहड़ा अमृत वेले सुता रहा उन्हें लेट हो जाना। जिहड़ा लेट हो गया वो हर काम च लेट होएगा, हर काम च, ते ओदी जिंदगी का बैलेंस बिगड़ेगा। इस करके गुरु साहब जी कहते हैं उदम करेंदिया जियो तू कमावदिया सुख पहुंच। जिहड़ा उदम करदा है उन्होंने सफलता हासिल होंदी है, तो जिहड़ा कमाई करदा है उन्होंने सुख मिलदा। तो जिहड़ा कबीर जी कहते ने सुता ही रह जांदा, जिन्हों परवाह ही कोई नहीं, उहदे बारे बाणी विच लिखिया कबीर सुता क्या करे,
उठ के ना जपै मुरार, एक दिन सोवना होएगो लंबे गुण बसार। सुत्या नूं बहुत युग बीत गए, भगत जी कहंदे हुण ते नींद दे विचों बाहर आ। सारी जिंदगी ही अज्ञानता दी नींद दे विच सुता होया, हुण ते बाहर आ, हुण ते बाहर आ। पर ये बाहर आउण नूं तैयार नहीं, क्योंकि गुरु नालों ज़्यादा प्यार है संसार दे सुखां नाल। नींद जिहड़ी है बंदे नूं बड़ी सुख दिंदी है, ते नींद वर्गा सुख कित्थों मिलदा है? जिहड़ा नींद छड्डेगा ही नहीं, उठेगा किवें? बाणी कहती है ओ अकिरत कहानी इंसान, ओ गुरु तो बेमुख इंसान। बाणी की पंक्ति आ रही है। और तेनों एडे सोहने रब नूं छड्ड के नींद क्यों आई? बाणी च लिखिया श्याम सुंदर तज, सोहने श्याम नूं छड्ड के श्याम सुंदर तज नींद क्यों आई? इहदा मतलब तो गुरु नालों ज़्यादा प्यार अपनी नींद नूं कीता है। उदा असीं बड़े दावे नाल कहने असीं गुरु नूं प्यार करदे हां। तूं ते प्यार भाई नींद नूं करदा, नींद नूं नहीं छड्ड सकदा, गुरु नूं देख नहीं सकदा, गुरु कोल आ नहीं सकदा। ते तू ये कवें मेरा मन लोचे गुरु दर्शन ताई, ये झूठ पढ़दा है, तू ये झूठ बोलदा है। प्यार ते तेरा उस निंद्रा दे नाल है। जिहड़ा रह गया सुता वो लुटिया गया। बाणी विच लिखिया, मैं नहीं कहंदा। कबीर जी कहंदे लुटना नाम सी, लुटिया तेरा समा गया। कबीर लूटना है तो लूट ले, राम नाम है लूट, फिर पाछे पछताओगे प्राण जाएंगे छूट। इस करके तेरा दिन लुटिया गया, तेरी रात लुटी गई। बाणी की पंक्ति मैं पढ़ांगा बाद विच। दिन लुटिया गया, रात लुटी गई, जोबन लुटिया गया, बचपन लुटिया गया, बुढ़ापा लुटिया गया। किवें? औद घटे दिन सरै नारे, मन गुरमिल का सवारे। एक होर पंक्ति, दिन ते पैर, पैर ते घड़ियाँ, औद घटे तन छीजै, मतलब लुटिया गया। एक होर पंक्ति पढ़ते हैं तां जो लुटन की समझ आ जाए। महाराज जी कहते इस देही अंदर 5 चोर वसै, काम क्रोध लोभ मोह अहंकार। महाराज जी कहते अमृत लूटे मन मुख नहीं बूझे। ये अंदरों चंगियां विचारां चंगियां चीज़ां जड़ियां ने ये लुट लेंदे ने। जो बंदा अमृत वेले उठन लगता ना, तो जिहड़ी नींद है ये गुरु का प्यार लुटन लगती। कहती है चल छड्ड परां, सौ जा 5 मिनट होर। ये इसनूं इधर ला लेंदी, लुट लेंदी है। गुरु दे दर्शन दा समा लुट लिया, गुरु का प्यार लुट लिया। जे तो कोई जाग गया तो जाग गया, नहीं तो पता उदों ही लगना है जदों सूरज चढ़ गया। फिर इस तरह बंदा दौड़दा है जिवें कोई पिछे पिया हुंदा है। ध्यान देना, जिहड़ा अपने समय तो लेट उठदा है ना, वो ठुड्डे खांदा, फिर कदी कंध विच वजदा है, कदी किधरे जांदा है, उन्होंने कपड़ा नहीं लभदा, टॉवल नहीं लभदा, कदी कुछ करेगा वक्त पाएगा घरदिआं नूं भई उठिया तो तू टाइम नाल नहीं, वक्त क्यों पाया? नींद प्यारी करके तू वक्त परिवार नूं पाउंदा है। शर्म कर, शर्म पई नारायण ने। बड़ा कुछ बाणी विच लिखिआ है, बाणी विच इन्ना कुछ लिखिआ है भी असीं सुन नहीं सकते। महाराज जी कहंदे तू अपने स्टैंड ते खुद खड़ा नहीं रहा, पक्का नहीं रहा। जीवन तेरा बिरथा गया तो दोष दूजिया नूं मड़ी जाना, आ नहीं चंगा, वो नहीं चंगा, ऐदा हो गया उदा हो गया। जिस दे जीवन दे विच जिहड़े बंदे दे असूल नहीं, ध्यान देना,
जिस बंदे दे असूल नहीं, जिस बंदे कोल डिसिपलिन नहीं, जिस बंदे कोल अपनी जुबान नहीं, जिस बंदे कोल कायदा नहीं, कानून नहीं, वो जीवन में सफल नहीं हो सकता, कभी भी नहीं। चाहे वो दुनिया के जिहड़े मर्जी कोने विच चला जाए, वो नहीं सफल हो सकता। सफल इंसान वो हुंदा जिवें असीं पहलां सरवण कीता, जिस दे अंदर खिच होवे, गुरु प्रति खिच, काम प्रति खिच, ईमानदारी प्रति खिच, सच प्रति खिच, आग्याकार होने प्रति खिच, और जो गुरु साहब कहते ने वो चीज़ नूं मनण प्रति खिच जिस दे अंदर होंदी है, वो बंदे नूं कोई पिछे नहीं लिजा सकता। ध्यान देना, जिस दा इरादा दृढ़ हुंदा, पक्का हुंदा, वो दुनिया दे विच लोकी उस नूं सलामा करदे ने। ऐदां दे लोग, ऐदां दे बंदियां नूं लोक लभदे ने। ध्यान देना, जो दुनिया दे विच सफल बंदे हुंदे हैं ना, किसी ने बहुत वड्डी डिग्री कीती है ना, उहदे कोल सलाह लई जांदी है भी असीं भी अपने बच्चों नूं डिग्री करवाउणी, तुसीं सानूं सलाह दिओ, क्योंकि वो सफल होए हुंदे ने। उन्हां नूं पुछना पैंदा, पुछो जाए सियाणिਆਂ अगे मिलन किना। जिहड़े फेल होए हुंदे ने उन्हां दी कोई सलाह लैंदा, लोकी उन्हें कहंदे वो तां नलायक है। ਉਹਦੇ ਕੋਲ सलाह लैके आओ ਜਿਹੜਾ ਬੰਦਾ सफल होया। सफल ਕਿਹੜਾ होया? जिसने जिंदगी ਵਿੱਚ मेहनत की। ਅੱਗੇ भी पंक्ति असीं पढ़ी वार वार भी मेहनत जड़ी है, बाबे नानक ने कहा सी मेहनत जड़ी है पूजा। किसी भी फील्ड में कोई मेहनत किरत करता है ना, उन्होंने पूजा कहते ने। पूजा केवल वो ना समझो भी थाली दे विच असीं कुछ रखा होवे, अगरबत्ती जगाई होवे जां कोई पूजा का समान रखा होवे ते उन्होंने घुमाइए, आरती करिए, जां अगरबत्तियां धूप दिखाई जाइए भी उन्होंने पूजा कहते ने। नहीं, अपने काम दे विच ईमानदारी दे नाल इंटरस्ट रख के वधिया तरीके दे नाल निभाने फर्ज, ये पूजा हुंदी है। मतलब भी जिहड़ी चीज़ दुनिया दे विच अगे वधन दे विच जिहड़ी साडी मदद करदी है, ओदी सिफत जां कह लीए भी ओदी वैल्यू, ओदी कीमत सानू पाउणी आउणी चाहिदी है। समय की कीमत, काम की कीमत, काम करन वाले की कीमत, काम कराउण वाले की कीमत। जे किसी को ये वैल्यूज़ का पता नहीं तो वह बंदा पिछे रह जाएगा। जिन्हों ये चीज़ का पता है वो अगे लंघ जाएगा। सफल बंदियां दियां ये निशानियां होंदियां ने। इहदे लई बेलड़ां नूं नहीं कुछ पता लगता, इहदे लई कुछ पढ़ना पैंदा। फिलोसफर बंदियां दियां जीवनियां पढ़नियां पैंदियां ने, उन्होंने सुनना पैंदा, विद्वानां नूं सुनना पैंदा। बाबा साहब भीमराव अंबेडकर वर्गियां दे जीवन नूं पढ़ना पैंदा भी एक आम बंदा एडा शख्स बन गया दुनिया दे विच, ये की चीज़ है उहदे विच, उहदे तों सानू सिक्ख्या लैनी चाहिए है। दुनिया विच कोई भी बंदा सफल है, चाहे योद्धा सूरमा, चाहे वह समाज विच है, चाहे राजनीति विच है, चाहे धार्मिक खेत्र विच है, किसी भी खेत्र जिहड़ा बंदा सफल होया वो साडा रोल मॉडल बनना चाहिए, तां जिंदगी दे विच सफल होवांगे। तो जे असी देख लईआं रज रज फिल्मां ते नाटक देख लए तो जिद्दां दी बुद्धि अपनी उद्दां दे अगे जिहड़े न्याणे पैदा होने ने उन्हां दी भी। चाहे कोई मेरी भैन है, चाहे कोई भी भैन माता है, जिस तरह की असी विचार अंदर लियावांगे ना, साडे बच्चे, चाहे किसी दे बच्चे गर्भ दे विच ने, चाहे छोटे छोटे ने, उदां दे ही वो बच्चे बनणगे। इस करके अपने आप को सुंदर बनाना, अपने आप को नितनेमी बनाना, अपने आप को गुरु नाल जोड़ना, ये संस्कार बनते ने। कुदरती हौली हौली अगे वधदे 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 खानदान दे विच जांदे ने। ये गल्लां बड़ियां बरीक ने, समझण वालियां ने। इस करके जिवें दियां मेरियां आदतां होणगियां, नैचुरली मेरे बच्चों दियां भी वो आदतां होणगियां। तुसीं देख लैण, जिवें तुसीं बोलदे हो लहजा उदां दा होएगा बच्चों दा।
ਜੇ ਮੈਂ ਕੁਝ ਗਲਤ ਬੋਲਦਾ ਤਾਂ ਮੇਰੇ ਬੱਚੇ ਵੀ ਗਲਤ ਬੋਲਣਗੇ, ਉਹ ਦੱਸ ਦੇਣਗੇ ਵੀ ਅਸੀਂ ਤੁਹਾਡੇ ਤੋਂ ਸਿੱਖਿਆ। ਠੀਕ ਹੈ ਜੀ, ਰਾਈਟ। ਜੇ ਚੰਗੀ ਚੀਜ਼ ਹੈ ਉਹ ਵੀ ਬੱਚੇ ਨੇ ਸਾਡੇ ਕੋਲੋਂ ਹੀ ਸਿੱਖਣੀ ਹੈ। ਬੱਚਾ ਜਿਹੜਾ ਬਾਹਰੋਂ ਨਹੀਂ ਸਿੱਖਦਾ, ਘਰ ਦੇ ਵਿੱਚੋਂ ਹੀ ਸਭ ਕੁਝ ਸਿੱਖਦਾ। ਲਹਿਜ਼ਾ, ਤਮੀਜ਼, ਅੱਖਰ, ਮਿਲਵਰਤਨ, ਧਿਆਨ ਦੇਣਾ। ਕਈਆਂ ਦਾ ਮਿਲਵਰਤਨ, ਕਈਆਂ ਦਾ ਗੱਲਬਾਤ, ਕਈਆਂ ਦੀ ਬਹੁਤ ਬਹੁਤ ਕਮਾਲ ਦੀ ਹੁੰਦੀ ਹੈ। ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਇਹਦੇ ਘਰ ਦੇ ਵਿੱਚ ਕੋਈ ਸੰਸਕਾਰੀ ਹੈ। ਜਿਹੜਾ ਬਦਤਮੀਜ਼ੀ ਦੇ ਨਾਲ ਮਿਲਦਾ, ਗੁਸਤਾਖੀ ਮਾਫ, ਟੱਬਰ ਦੇ ਵਿੱਚ ਬਦਤਮੀਜ਼ ਜ਼ਰੂਰ ਹੋਣਗੇ। ਜਿਹੜਾ ਕਿਸੇ ਦਾ ਸਤਿਕਾਰ ਕਰਨਾ ਜਾਣਦਾ, ਅੰਦਾਜ਼ਾ ਲਾ ਸਕਦੇ ਹਾਂ ਇਹਦੇ ਘਰ ਵਿੱਚ ਸਤਿਕਾਰ ਦੇਣ ਵਾਲੇ, ਲੈਣ ਵਾਲੇ ਜ਼ਰੂਰ ਹੋਣਗੇ। ਅਤੇ ਜਿਹੜਾ ਨਹੀਂ ਸਤਿਕਾਰ ਦਿੰਦਾ ਉਹਦੇ ਬਾਰੇ ਪਤਾ ਲੱਗ ਜਾਂਦਾ। ਇਹ ਸਾਰੀਆਂ ਚੀਜ਼ਾਂ ਉਸ ਇੱਕ ਹਿਰਦੇ ਰੂਪੀ ਘਰ ਹੈ, ਇੱਕ ਸੰਸਾਰ ਦਾ ਘਰ ਹੈ, ਇਹ ਦੋਨਾਂ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਸੋ ਆਓ, ਗੁਰੂ ਸਾਹਿਬ ਜੀ ਦੀਆਂ ਬੜੀਆਂ ਪਿਆਰੀਆਂ ਪੰਕਤੀਆਂ, ਸੱਚੇ ਪਾਤਸ਼ਾਹ ਦਾ ਸ਼ਬਦ ਅਸੀਂ ਸਰਵਣ ਕੀਤਾ। ਆਸਾ ਮਹੱਲਾ ਪੰਜਵਾਂ, ਇੱਕ ਤੁਕੇ ਚੌਪਦੇ। ਇੱਕ ਘੜੀ ਦਿਨਸ ਮੁੱਕ ਬਹੁਤ ਦਿਹਾਰੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਇੱਕ ਘੜੀ ਜਿਹੜੀ ਹੈ ਮੈਨੂੰ ਇੱਦਾਂ ਲੱਗਦਾ ਵੀ ਇੱਕ ਪੂਰਾ ਇੱਕ ਦਿਹਾੜੀ ਹੋ ਗਈ ਤੁਹਾਨੂੰ ਮਿਲਿਆ ਨੂੰ। ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਵਾਰ-ਵਾਰ ਪਰਮੇਸ਼ਰ, ਰੱਬ ਨੂੰ ਜਾਂ ਗੁਰੂ ਨੂੰ ਮਿਲਣ ਬਾਰੇ ਉਚਾਰਨ ਕੀਤਾ, ਮੇਰਾ ਮਨ ਲੋਚੇ ਗੁਰੂ ਦਰਸ਼ਨ ਤਾਈ ਬਿਲਵ ਕਰੇ ਚਾਤਰ ਕੀਨਿਆਈ। ਇਹ ਵੀ ਇੱਕ ਸ਼ਬਦ ਹੈ ਅਤੇ ਇਹ ਵੀ ਸ਼ਬਦ ਹੈ ਇੱਕ ਘੜੀ ਦਿਨਸ ਮੁੱਕ ਬਹੁਤ ਦਿਹਾਰੇ। ਦਿਹਾੜੇ ਮਤਲਬ ਦਿਹਾੜਾ, ਦਿਹਾੜਾ ਮਤਲਬ ਦਿਨ। ਮੈਨੂੰ ਇੱਕ ਘੜੀ ਇੱਦਾਂ ਲੱਗਦੀ ਹੈ ਜਿਵੇਂ ਪੂਰਾ ਦਿਨ ਮਿਲਿਆ ਨੂੰ ਹੋ ਗਿਆ ਹੋਵੇ। ਮਨ ਨਾ ਰਹਿ ਕੈਸੇ ਮਿਲੋ ਪਿਆਰੇ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦਾ। ਧੀਰੋ ਦੇਖ ਤੁਮਾਰੇ ਰੰਗਾ, ਧੀਰੋ ਮਤਲਬ ਧੀਰਜ, ਸ਼ਾਂਤੀ। ਧੀਰੋ ਦੇਖ ਤੁਮਾਰੇ ਰੰਗਾ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦਾ ਤੈਨੂੰ ਦੇਖਣ ਤੋਂ ਬਿਨਾਂ। ਧਿਆਨ ਦੇਣਾ, ਇੱਕ ਨੂੰ ਦੇਖਣ ਤੋਂ ਬਿਨਾਂ ਚੈਨ ਨਹੀਂ ਆਉਂਦੀ, ਇੱਕ ਬਿਨਾਂ ਦੇਖਣ ਤੋਂ ਜੀਵਨ ਬਤੀਤ ਕਰੀ ਜਾਂਦਾ ਪਿਆ। ਦੇਖੋ ਕਮਾਲ ਦੀ ਗੱਲ ਹੋ ਗਈ ਨਾ। ਇੱਕ ਬੰਦਾ ਕਹਿੰਦਾ ਮੈਨੂੰ ਗੁਰੂ ਦੇ ਦਰਸ਼ਨ ਤੋਂ ਬਗੈਰ ਚੈਨ ਨਹੀਂ ਆਉਂਦਾ, ਅਤੇ ਇੱਕ ਬਿਨਾਂ ਹੀ ਮਹੀਨੇ ਲੰਘ ਜਾਂਦੇ ਨੇ, ਸਾਲ ਲੰਘ ਜਾਂਦੇ ਨੇ, ਕਦੀ ਗੁਰਦੁਆਰੇ ਨਹੀਂ ਆਉਂਦਾ। ਮੇਰੇ ਕੋਲ ਪੋਟਿਆਂ ਦੇ ਲਿਖੇ ਐਸੇ ਬੰਦੇ ਨੇ ਜਿਹੜੇ ਅਜੇ ਤੱਕ ਗੁਰੂ ਘਰ ਨਹੀਂ ਆਏ ਆਪਣੇ ਆਲੇ ਦੁਆਲੇ ਦੇ। ਉਹ ਫਿਰ ਚੋਰੀਆਂ ਮਾਰਦੇ ਨੇ ਵੀ ਬਾਬਾ ਜਿਹੜਾ ਆਹ ਗੱਲਾਂ ਕਿਉਂ ਕਰਦਾ, ਵੀ ਮੈਂ ਤਾਂ ਕਰਾਂਗਾ ਕਿਉਂ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ। ਹਰ ਇੱਕ ਗੱਲ ਦੀ ਜਵਾਬ ਹੈ, ਇਸ ਕਰਕੇ ਫਿਕਰ ਨਹੀਂ ਹੁੰਦਾ। ਬਾਣੀ ਦੇ ਵਿੱਚ ਲਿਖਿਆ ਸੱਚੇ ਪਾਤਸ਼ਾਹ ਦੇ ਕਹਿੰਦੇ ਮੇਰਾ ਦਿਨ ਨਹੀਂ ਗੁਜ਼ਰਦਾ, ਮੇਰੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ। ਮੈਨੂੰ ਦੇਖੇ ਗੁਰਦੁਆਰੇ ਜੀ ਉਹ ਕਿੱਦਾਂ ਦੇ ਲੋਕ ਹੋਣਗੇ ਜਿਹਨਾਂ ਦਾ ਮਹੀਨਾ 2-2 ਮਹੀਨੇ। ਹੁਣ ਉਹ ਗੁੱਸਾ ਨਾ ਕਰਨ, ਮੈਂ ਬਾਣੀ ਮੁਤਾਬਕ ਭਾਈ ਦੱਸ ਰਿਹਾ। ਜਵਾਬ ਲੈਣਾ ਤਾਂ ਲੈ ਸਕਦੇ ਹੋ ਜਾਂ ਦੇਖ ਲੈਣਾ ਜੋ ਰਿਕਾਰਡਿੰਗ ਚੱਲਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੀ ਰਾਤ ਨਹੀਂ ਲੰਘਦੀ, ਮੇਰਾ ਦਿਨ ਨਹੀਂ ਲੰਘਦਾ, ਜਿਹਦਾ ਸਾਲ ਲੰਘ ਜਾਂਦਾ ਗੁਰੂ ਦੇ ਦਰਸ਼ਨ ਤੋਂ ਬਗੈਰ। ਉਹ ਸੋਚਣ ਵੀ ਅਸੀਂ ਕੌਣ ਆ। ਭਾਈ ਗੁਰਦਾਸ ਦੀ ਇੱਕ ਪੰਕਤੀ ਹੈ ਅਕਿਰਤ ਘਨ ਵਾਲੀ, ਉਹ ਪੜ੍ਹ ਲੈਣਾ। ਇੰਨੀ ਚੋਟ ਹੈ ਨਾ ਉਹਦੇ ਵਿੱਚ, ਇੰਨੀ ਚੋਟ ਹੈ ਨਾ ਬੰਦਾ ਸਹਿ ਨਹੀਂ ਸਕਦਾ। ਬੇਸਵਾ ਜਿਹੜੀ ਹੈ ਲਹੂ ਦੇ ਵਿੱਚ, ਉਹ ਕਹਿੰਦੇ ਨੇ ਮਾਸ ਜਿਹੜਾ ਬਣਾ ਕੇ ਢੱਕ ਕੇ, ਉਹ ਲੰਬੀਆਂ ਪੰਕਤੀਆਂ ਨੇ, ਸਾਰਾ ਸ਼ਬਦ ਮੈਨੂੰ ਯਾਦ ਨਹੀਂ, ਉਹ ਲੈ ਕੇ ਜਾ ਰਹੀ ਸੀ ਇੱਕ ਬੇਸਵਾ। ਬੇਸਵਾ ਕੋਈ ਪਵਿੱਤਰ ਔਰਤ ਨਹੀਂ ਹੁੰਦੀ, ਉਹ ਜੀਵਨ ਵਾਲੀ ਨਹੀਂ ਹੁੰਦੀ। ਉਹ ਉਸ ਮਾਸ ਨੂੰ ਖੂਨ ਦੇ ਵਿੱਚ ਰਿੰਨੇ ਹੋਏ ਨੂੰ ਢੱਕ ਕੇ ਲੈ ਕੇ ਜਾ ਰਹੀ। ਕੋਈ ਪੁੱਛਦਾ ਵੀ ਇਹ ਢੱਕ ਕੇ ਕਿਉਂ ਲੈ ਕੇ ਜਾ ਰਹੀ ਹੈ? ਉਹ ਕਹਿੰਦੀ ਮੈਂ ਤਾਂ ਕਰਕੇ, ਕਿੰਨੀ ਪਲੀਤ ਉਹ ਚੀਜ਼ ਹੈ, ਮਾੜੀ ਚੀਜ਼ ਹੈ। ਕਹਿੰਦੀ ਇਹਨੂੰ ਜੇ ਅਕਿਰਤ ਘਣ ਦੀ ਨਿਗਾਹ ਲੱਗ ਗਈ ਨਾ, ਜੇ ਕਿਧਰੇ ਵੇਖ ਲਿਆ, ਇਹਦੇ ਵਿੱਚ ਸੱਤ ਨਹੀਂ ਰਹਿਣਾ, ਇਹ ਭ੍ਰਿਸ਼ਟ ਹੋ ਜਾਣਾ। ਗੰਦੀ ਚੀਜ਼, ਭੈੜੀ ਚੀਜ਼ ਦੇ ਉੱਪਰ ਕਹਿੰਦੀ ਅਕਿਰਤ ਘਣ ਦੀ ਨਜ਼ਰ ਨਿਗਾਹ ਪੈ ਗਈ ਤੇ ਯੋਗ ਨਹੀਂ ਰਹਿਣਾ। ਤੇ ਹੁਣ ਇੱਥੋਂ ਅੰਦਾਜ਼ਾ ਲਾ ਲਓ ਅਕਿਰਤ ਘਣ ਕੈਸਾ ਹੈ।
मैं नहीं कहता। जो सतगुरु शरण संगत नहीं आए ਧਰਿਗ ਜੀਵ ਹੈ ਧਰਿਗ ਜੀਵਾਸ। ਇਹ ਮਹਾਰਾਜ ਜੀ ਨੇ ਵੀ ਕਹਿਤਾ ਤੇ ਨਾਲੇ ਵੀ ਕਹਿ ਦਿੱਤਾ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ। ਇਹ ਵੀ ਕਹਿ ਦਿੱਤਾ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ। ਇਹ ਵੀ ਕਹਿਤਾ। ਦੇਖੋ ਜੇ ਗੁਰੂ ਸਾਹਿਬ ਓਲਾ ਰੱਖਦੇ ਨਾ ਫਿਰ ਸਾਡੇ ਵਰਗਿਆਂ ਦਾ ਜੀਵਨ ਜੂਵਨ ਕੋਈ ਨਹੀਂ ਸੀ ਬਣਨਾ। ਜੇ ਅਸੀਂ ਗੁਰੂ ਦੀ ਬਾਣੀ ਨੂੰ ਅਰਥ ਨਾਲ ਮੈਂ ਨਾ ਪੜ੍ਹਦਾ ਫਿਰ ਨਹੀਂ ਸੀ ਜੀਵਨ ਬਣਨਾ। ਘੋਟੇ ਲਾਣੇ ਬੜੇ ਸੌਖੇ ਨੇ, ਘੋਟੇ ਨਿਆਣੇ ਲਾਈ ਜਾਂਦੇ ਨੇ, ਫਾਰਮੂਲੇ ਨਹੀਂ ਪਤਾ। ਘੋਟੇ ਲਾਣੇ ਸੌਖੇ ਨੇ, ਘੋਟੇ ਦੇ ਨਾਲ ਕਿਤਾਬਾਂ ਪੂਰੀਆਂ ਯਾਦ ਹੋ ਜਾਂਦੀਆਂ ਨੇ, ਪਰ ਇੱਕ ਜਿਹੜਾ ਪ੍ਰੋਪਰ ਫਾਰਮੂਲਾ ਯਾਦ ਕਰਨਾ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਗੁਰਬਾਣੀ ਜਿਹੜੀ ਹੈ, ਗੁਰਬਾਣੀ ਦਾ ਜਿਹੜਾ ਨਿਚੋੜ ਅਸੀਂ ਕਹਿੰਦੇ ਹਾਂ ਵੀ ਉਹ ਯਾਰ ਇਹਦੀ ਚੀਜ਼ ਦਾ ਨਿਚੋੜ ਕੀ ਨਿਕਲਿਆ। ਮੈਂ ਆਸਾ ਦੀ ਵਾਰ ਪੜ੍ਹੀ, 5 ਛੱਕੇ ਪੜ੍ਹੇ, ਇਹਦਾ ਨਿਚੋੜ ਕੀ ਨਿਕਲਿਆ ਉਹਦੇ ਬਾਰੇ ਪਤਾ ਹੀ ਨਹੀਂ ਲੱਗਿਆ। ਇੱਕ ਅਸੀਂ ਪਹਿਰਾ ਪੜ੍ਹੀ ਦਾ ਹੁੰਦਾ, ਕਹਾਣੀ ਪੜ੍ਹੀ ਦੀ ਹੁੰਦੀ, ਆਖਿਰ 'ਚ ਲਿਖਿਆ ਹੁੰਦਾ ਸਿੱਖਿਆ। ਅਤੇ ਜੇ ਕਿਸੇ ਨੂੰ ਸਿੱਖਿਆ ਪ੍ਰੈਸੀ ਦੇ ਵਿੱਚੋਂ ਸਿੱਖਿਆ ਦਾ ਨਾ ਪਤਾ ਲੱਗਿਆ ਅਤੇ ਉਹ ਫਿਰ ਕਿਸ ਕੰਮ ਦਾ ਉਹ ਲੇਖ ਪੜ੍ਹਿਆ, ਉਹ ਐਸੇ ਪੜ੍ਹਿਆ ਜੇ ਉਹਦੇ ਵਿੱਚੋਂ ਸਾਨੂੰ ਸਿਧਾਂਤ ਜੇ ਸਿੱਖਿਆ ਨਾ ਕੱਢ ਕੇ ਬਾਹਰ ਲਿਆਏ। ਇਸ ਕਰਕੇ ਜਿੰਨੀ ਗੁਰਬਾਣੀ ਪੜ੍ਹੀ ਦੀ ਉਹਦੀ ਹੁੰਦੀ ਹੈ ਲਾਸਟ ਵਿੱਚ ਇੱਕ ਸਿੱਖਿਆ। ਸਿੱਖਿਆ ਗੁਰ ਵਿਚਾਰ ਆ ਗਈ ਨਾ ਪੰਕਤੀ ਜਵਾਬ ਵੀ ਇਹ ਗੁਰੂ ਦੀ ਬਾਣੀ ਦੇ ਵਿਚਾਰ ਦੁਆਰਾ ਸਿੱਖਿਆ ਗੁਰੂ ਵਿਚਾਰ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਮੇਰੇ ਮਨ ਨੂੰ ਧੀਜ ਨਹੀਂ ਆਉਂਦਾ, ਮੈਨੂੰ ਚੈਨ ਹੀ ਨਹੀਂ ਆਉਂਦੀ ਤੈਨੂੰ ਦੇਖਣ ਤੋਂ ਬਗੈਰ। ਧਿਆਨ ਦੇਣਾ, ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਜਿਵੇਂ ਦੁਨੀਆ ਦੇ ਨਸ਼ਈਆਂ ਦੇ ਨਸ਼ੇ ਹੈ ਨਾ, ਉਹਦੇ ਨਾਲੋਂ ਜ਼ਿਆਦਾ ਨਸ਼ਾ ਜਿਹੜਾ ਹੈ ਨਾ ਸੱਚ ਦਾ ਹੈ। ਜਿਹਨੂੰ ਲੱਗ ਜਾਂਦਾ ਹੈ ਨਾ ਉਹ ਤੜਫਣ ਲੱਗ ਪੈਂਦਾ, ਤੜਫਣ ਉਹ ਬਹੁਤ ਤੜਫਦਾ ਹੈ। ਜਿਹੜਾ ਰੋਜ਼ ਨਮਸਕਾਰ ਕਰਦਾ ਉਹ ਨਾ ਕਰੇ, ਉਹਨੂੰ ਪੁੱਛੋ ਵੀ ਕਿੱਦਾਂ, ਉਹਨੂੰ ਇੱਦਾਂ ਲੱਗਦਾ ਵੀ ਕੁਝ ਗਵਾਚ ਗਿਆ, ਬਸ ਅੱਜ ਖਾਲੀ ਹਾਂ, ਇੱਦਾਂ ਲੱਗਦਾ। ਅਤੇ ਜਿਸ ਦਿਨ ਮੈਂ ਤੁਹਾਡੇ ਦੇ ਨਾਲ ਵਿਚਾਰਨਾ ਗੁਰਬਾਣੀ ਦਾ ਕਰਾਂ ਮੈਨੂੰ ਵੀ ਇਸ ਤਰ੍ਹਾਂ ਲੱਗਦਾ ਖਾਲੀ ਸੰਡੇ ਜਾਂਦਾ ਨਾ ਖਾਲੀ ਲੱਗਦਾ, ਪਰ ਉਹ ਫਿਰ ਵੀ ਅਸੀਂ ਪੂਰਾ ਕਰ ਲਈਦਾ ਸਰਵਣ ਕਰਕੇ। ਸੋ ਕਹਿਣ ਦਾ ਮਤਲਬ ਜਿਹੜਾ ਨਿਤਨੇਮੀ ਹੈ, ਜਿਹੜਾ ਦਰਸ਼ਨਾਂ ਦੀ ਪਿਆਸ ਰੱਖਦਾ, ਉਹ ਨਹੀਂ ਮਹਾਰਾਜ ਜੀ ਕਹਿੰਦੇ ਰਹਿ ਸਕਦਾ। ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਮੈਂ ਤੈਨੂੰ ਕਿਵੇਂ ਮਿਲਾਂ, ਮੇਰਾ ਮਨ ਲੋਚਦਾ ਰਹਿੰਦਾ। ਇੱਕ ਪਲ ਦਿਨਸ ਮੋਕੋ ਕਬੂ ਨਾ ਵਿਹਾਵੇ। ਮਹਾਰਾਜ ਜੀ ਕਹਿੰਦੇ ਮੇਰੇ ਲਈ ਤੇ ਦਿਨ ਦੀ ਗੱਲ ਹੁਣ ਛੱਡੋ, ਇੱਕ ਪਲ ਵੀ ਜਿਹੜਾ ਹੈ ਨਾ, ਇੱਕ ਪਲ ਦਿਨ ਦਾ ਇੱਕ ਪਲ ਜਿਹੜਾ ਮੋਕੋ ਕਬੂ ਨਾ ਵਿਹਾਵੇ, ਉਹ ਵੀ ਮੇਰਾ ਜਿਹੜਾ ਲੰਘਦਾ ਨਹੀਂ, ਮੁੱਕਦਾ ਨਹੀਂ। ਕਿਉਂ? ਮੈਨੂੰ ਮਿਲਣ ਦੀ ਤਾਂਘ ਹੈ। ਜਾਂ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ, ਕਿਸੇ ਦਾ ਪਤੀ ਜਾਂ ਕਿਸੇ ਦਾ ਪੁੱਤਰ 20 ਸਾਲ ਤੋਂ ਬਾਅਦ ਏਅਰਪੋਰਟ 'ਤੇ ਆਉਣਾ ਹੋਵੇ, ਜੋ ਪੰਕਤੀ ਚੱਲੀ ਮੈਂ ਉਹਦੀ ਉਦਾਹਰਨ ਦੇਣ ਲੱਗਾ, ਕਿਤੇ ਹੋਰ ਨਾ ਕੋਈ ਗੱਲ ਬਣਾ ਲੇ ਵੀ ਇਹ ਕੀ ਕਹਿਣ ਲੱਗੇ। ਪ੍ਰਮਾਣ ਹੁੰਦਾ ਚਿਰ ਬਾਅਦ ਕਿਸੇ ਦੇ ਧੀ ਪੁੱਤਰ ਨੇ ਪ੍ਰਦੇਸੋਂ ਆਉਣਾ ਹੋਵੇ ਅਤੇ ਉਹ ਫਲਾਈਟ ਉਤਰ ਗਈ ਹੋਵੇ, ਬਾਹਰ ਨਾ ਆਵੇ, ਅਤੇ ਕਿੰਨੀ ਖਿੱਚ ਹੁੰਦੀ ਹੈ ਵੀ ਇੰਨੇ ਵਜੇ ਤੁਸੀਂ ਤਾਂ ਕਿਹਾ ਸੀ 2 ਵਜੇ ਅਸੀਂ ਬਾਹਰ ਆ ਜਾਣਾ, 3 ਵੱਜ ਚੁੱਕੇ ਨੇ ਆਏ ਨਹੀਂ। ਬੜੀ ਖਿੱਚ ਅੰਦਰ ਪੈਦਾ ਹੁੰਦੀ ਹੈ। ਕਿਉਂ? ਚਾਹੁਣ ਵਾਲਾ ਅੱਗੇ ਹੈ, ਚਾਹਤ ਹੈ ਜਿਹਦੀ, ਜਿਹੜਾ ਮੈਨੂੰ ਪਿਆਰਾ ਲੱਗ ਰਿਹਾ ਨਾ, ਮੇਰੀ ਜਾਨ ਅੱਗੇ ਆ ਰਹੀ ਹੈ, ਮੇਰਾ ਪੁੱਤ ਆ ਰਿਹਾ ਹੈ, ਮੇਰੀ ਧੀ ਆ ਰਹੀ ਹੈ, ਮੇਰਾ ਪਤੀ ਆ ਰਿਹਾ ਹੈ, ਚਿਰਾਂ ਬਾਅਦ ਮੇਰੀ ਜਾਨ ਹੈ, ਉਹ ਮੇਰਾ ਪੋਤਰਾ ਆ ਰਿਹਾ, ਮੇਰੀ ਦੋਤਰੀ ਆ ਰਹੀ ਹੈ, ਉਹ ਮੇਰੀ ਜਾਨ ਹੈ। ਇਸ ਕਰਕੇ ਮੈਂ ਉਹਨੂੰ ਲੇਟ ਨਹੀਂ ਦੇਖ ਸਕਦਾ। ਗੁਰੂ ਖਾਲਸਾ ਮੇਰੀ ਜਾਨ ਕੀ ਜਾਨ, ਗੁਰੂ ਵੀ ਸਾਡੀ ਜਾਨ ਹੈ। ਤਾਂ ਹੀ ਮਹਾਰਾਜ ਜੀ ਕਹਿੰਦੇ ਨੇ ਬਹੁਤ ਜਨਮ ਵਿਛੁਰੇ ਤੇ ਮਾਧੋ ਇਹ ਜਨਮ ਤੁਮਾਰੇ ਲਿਖੇ। ਉਹਨਾਂ ਨੂੰ ਪਤਾ ਹੈ, ਅਤੇ ਉਹਨਾਂ ਦੇ ਕੋਲ ਹੀ ਉਹ ਆ ਕੇ ਕਹਿੰਦਾ ਦੱਸ ਕੀ ਕਰਾਂ, ਨੱਕੇ ਮੋੜ ਦਿਆਂ, ਮਈਆਂ ਤੇਰੀਆਂ ਚਰਾ ਦਿਆਂ, ਰਾਜੇ ਦੀ ਮੁੱਠੀ ਚਾਬੀ ਕਰ ਦਿਆਂ, ਕੀ ਕਰਨਾ ਦੱਸ। ਉਹ ਆ ਕੇ ਫਿਰ ਕਹਿੰਦਾ, ਉਹ ਖੁਦ ਆ ਕੇ ਕਹਿੰਦਾ। ਇੱਕ ਤਾਂ ਸਾਨੂੰ ਖੁਦ ਜਾ ਕੇ ਕਹਿਣਾ ਪੈਂਦਾ ਆ ਬੌੜ, ਇੱਕ ਤਾਂ ਅਸੀਂ ਇਹ ਜਾ ਕੇ ਕਹਿੰਦੇ ਮਹਾਰਾਜ ਜੀ ਦੇ ਦਰਸ਼ਨ। ਇੱਕ ਦਿਨ ਇੱਦਾਂ ਦਾ ਵੀ ਆ ਜਾਂਦਾ ਜ਼ਿੰਦਗੀ ਵਿੱਚ, ਜੀਵਨ ਐਸਾ ਬਣ ਜਾਏ, ਭਾਵਨਾ ਐਸੀ ਬਣ ਜਾਏ
ਭਾਈ ਪੱਲੇ ਨੂੰ ਆਪ ਆ ਕੇ ਨਿਵਾਜਦਾ ਹੈ। ਭਾਈ ਮਾਨ ਸਿੰਘ ਨੂੰ ਆਪ ਦੂਰੋਂ ਆ ਕੇ ਨਿਵਾਜਦੇ ਨੇ। ਗੁਰੂਦੇਵ ਉਡੀਕ ਕਰਦਾ ਵੀ ਇਹਦੇ ਅੰਦਰ ਖਿੱਚਦੇ ਪੈਦਾ ਹੋਏ, ਇਹ ਮੇਰੇ ਕੋਲ ਕੀ, ਮੈਂ ਇਹਦੇ ਕੋਲ ਜਾਵਾਂਗਾ। ਪਰ ਗੁਰੂ ਸਾਹਿਬ ਜੀ ਕਹਿੰਦੇ ਭਾਵਨਾ ਇਹ ਹੋ ਜਾਏ। ਬੜੀ ਪਿਆਰੀ ਪੰਕਤੀ ਆ ਰਹੀ ਹੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਫਿਰੈ ਮਿਲਾਵੇ। ਮੇਰੇ ਮਨ ਵਿੱਚ ਬੜੀ ਤਾਂਘ ਲੱਗੀ ਹੈ, ਮੈਨੂੰ ਕੋਈ ਮਿਲਾ ਦਿਓ। ਜਦੋਂ ਸੱਤਾ ਤੇ ਬਲਵੰਡ ਤੜਫਦੇ ਸੀ ਕੋੜ ਦੇ ਨਾਲ, ਕਹਿੰਦੇ ਮੈਨੂੰ ਮਿਲਾ ਦਿਓ, ਕੋਈ ਆਣ ਮਿਲਾਵੇ ਮੇਰਾ, ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਬਚਾਈ। ਭਾਈ ਲੱਦਾ ਜੀ ਕਹਿੰਦੇ ਚਲੋ, ਮੈਨੂੰ ਮੂੰਹ ਵੀ ਕਾਲਾ ਕਰਨਾ ਪੈ ਜੇ, ਕੋਈ ਗੱਲ ਨਹੀਂ, ਮੈਂ ਤੈਨੂੰ ਗੁਰੂ ਅਰਜਨ ਦੇਵ ਜੀ ਨਾਲ ਮਿਲਾ ਦਿੰਦਾ। ਇੱਦਾਂ ਦੇ ਲੱਭਣੇ ਚਾਹੀਦੇ ਨੇ, ਕੋਈ ਇੱਦਾਂ ਦੇ ਹੁੰਦੇ ਨੇ, ਪਰ ਸਾਨੂੰ ਪਛਾਣ ਨਹੀਂ ਆਉਂਦੀ, ਕਿਉਂਕਿ ਸਾਨੂੰ ਸਾਡੇ ਵਰਗੀ ਦੁਨੀਆ ਦਿਖਦੀ ਹੈ। ਮਹਾਰਾਜ ਜੀ ਕਹਿੰਦੇ ਦਰਸ਼ਨ ਕੀ ਮਨ ਆਸ ਕਨੇਰੀ, ਮੇਰੇ ਮਨ ਵਿੱਚ ਬੜੀ ਤਾਂਘ ਲੱਗੀ ਹੈ, ਕੋਈ ਐਸਾ ਸੰਤ ਮੋਕੋ ਫਿਰੈ ਮਿਲਾਵੇ, ਮੇਰੇ ਪ੍ਰਭੂ ਪਤੀ ਨੂੰ ਮਿਲਾ ਦੇਵੇ, ਕੋਈ ਐਸਾ ਸੱਜਣ ਸੰਤ ਰੱਬਾ ਮੈਨੂੰ ਲਭਾ ਦੇ। ਜਨ ਕਹੇ ਨਾਨਕ ਧੂੜ ਮੰਗਾ, ਤਿਸ ਗੁਰ ਸਿੱਖ ਕੀ ਜਵਾਬ ਜਪਿਆ ਵਰਾ ਨਾਮ ਜਪਾਵੇ। ਕੋਈ ਮੈਨੂੰ ਉਹ ਜੁਗਤੀ, ਮੈਨੂੰ ਉਹ ਕੋਈ ਢੰਗ, ਮੈਨੂੰ ਉਹ ਕੋਈ ਤਰੀਕਾ ਦੱਸ ਦੇਵੇ, ਮੇਰੇ ਅੰਦਰ ਤਾਂਘ ਹੈ। ਚਾਰ ਪੈਰ ਚੌ ਜੁਗੇ ਸਮਾਨੇ, ਮੇਰੇ ਚਾਰ ਪੈਰ ਜਿਹੜੇ ਹੈ ਨਾ, ਉਹ ਚਾਰ ਯੁੱਗਾਂ ਦੇ ਚਾਰ ਯੁੱਗਾਂ ਦੇ ਬਰਾਬਰ ਮੈਨੂੰ ਜਾਪਦੇ ਨੇ। ਜਾਂ ਇੱਕ ਹੋਰ ਪੰਕਤੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਚਾਰ ਪੈਰ ਚੌ ਜੁਗੇ ਸਮਾਨੇ, ਚਾਰ ਯੁੱਗਾਂ ਦੇ ਸਮਾਨ ਨੇ ਮੈਨੂੰ ਚਾਰ ਪੈਰ। ਰੈਣ ਭਈ ਤਬ ਅੰਤ ਨਾ ਜਾਣੈ। ਮਹਾਰਾਜ ਜੀ ਕਹਿੰਦੇ ਜਦੋਂ ਰੈਣ ਆ ਜਾਂਦੀ, ਰਾਤ ਪੈ ਜਾਂਦੀ ਹੈ, ਮੁੱਕਣ 'ਚ ਨਹੀਂ ਆਉਂਦੀ ਭੈੜੀ ਰਾਤ। ਧਿਆਨ ਦੇਣਾ, ਸੁੱਖ ਦੀ ਰਾਤ ਤੇ ਨਿਕਲ ਜਾਂਦੀ ਹੈ, ਵਿਛੋੜੇ ਤੇ ਦੁੱਖ ਦਾ ਇੱਕ ਪਲ ਨਹੀਂ ਨਿਕਲਦਾ, ਇਹ ਅਸੀਂ ਸਾਰੇ ਜਾਣਦੇ ਹਾਂ। ਧਿਆਨ ਦੇਣਾ, ਖੁਸ਼ੀ ਦਾ ਟਾਈਮ ਤੇ ਪਤਾ ਹੀ ਨਹੀਂ ਲੱਗਦਾ, ਝੱਟ ਲੰਘ ਜਾਂਦਾ, ਖੁਸ਼ੀ ਹੋ ਗਈ। ਵਿਛੋੜੇ ਵਾਲਾ ਸਮਾਂ, ਦਰਦ ਵਾਲਾ ਸਮਾਂ, ਦੁੱਖ ਵਾਲਾ ਸਮਾਂ, ਮੁੜ ਧਿਆਨ ਕੇਂਦਰਿਤ ਦਰਦ, ਦੁੱਖ ਤੇ ਵਿਛੋੜੇ ਵੱਲ ਹੁੰਦਾ ਹੈ। ਮੇਨ ਮੁੜ ਧਿਆਨ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਰੈਣ ਭਈ ਤਬ ਅੰਤ ਨਾ ਜਾਣੇ, ਮੇਰੀ ਉਹ ਵਿਛੋੜੇ ਦੀ ਰਾਤ ਦੇ ਅਜੇ ਮੁੱਕਣ 'ਚ ਕਿਉਂ ਨਹੀਂ ਆ ਰਹੀ, ਤਾਂ ਜੋ ਇਹ ਮੁੱਕ ਜਾਵੇ, ਤਾਂ ਜੋ ਮੈਂ ਉਸ ਨੂੰ ਮਿਲ ਲਵਾਂ। ਮੇਰਾ ਅੰਮ੍ਰਿਤ ਵੇਲਾ ਨਾ ਮੇਰੇ ਹੱਥੋਂ ਚਲਿਆ ਜਾਏ, ਮਾਲਕ ਮਿਹਰ ਕਰੀ। ਇਹ ਰੈਣ ਗੁਜ਼ਰ ਰਹੀ ਹੈ, ਅੱਗੇ ਅੰਮ੍ਰਿਤ ਵੇਲਾ ਆ ਰਿਹਾ ਹੈ। ਜੇ ਅੰਮ੍ਰਿਤ ਵੇਲਾ ਲੰਘ ਗਿਆ, ਸਤਿਪੁਰਖਾਂ ਦੀ ਸੰਗਤ ਕੀਤੀ ਹੈ, ਕਹਿੰਦੇ ਸਭ ਤੋਂ ਵੱਡਾ ਘਾਟਾ ਉਸ ਬੰਦੇ ਨੂੰ ਪੈਂਦਾ ਜਿਹਦਾ ਅੰਮ੍ਰਿਤ ਵੇਲਾ ਖੁੱਸ ਜਾਂਦਾ, ਜਿਹਦਾ ਅੰਮ੍ਰਿਤ ਵੇਲਾ ਟੁੱਟ ਜਾਂਦਾ, ਜਾਂ ਜਿਸ ਦਾ ਨਿਤਨੇਮ ਟੁੱਟ ਜਾਂਦਾ। ਦੁਨੀਆ ਵਿੱਚ ਸਭ ਤੋਂ ਘਾਟਾ ਬੰਦਾ ਉਹ ਸਮਝੇ, ਪੈਸੇ ਦਾ ਘਾਟਾ ਨਹੀਂ ਬਾਣੀ ਵਿੱਚ ਮੰਨਿਆ। ਮਹਾਰਾਜ ਕਹਿੰਦੇ ਜਿਸ ਦਾ ਨਿਤਨੇਮ ਟੁੱਟ ਗਿਆ, ਜਿਸ ਦਾ ਦਰਸ਼ਨ ਕਰਨੇ ਟੁੱਟ ਗਏ, ਜਾਂ ਮਤਲਬ ਉਹ ਵਿਛਲਾ ਹੋ ਗਿਆ, ਉਹਨੂੰ ਅਸਲ ਦੇ ਵਿੱਚ ਘਾਟਾ ਹੈ, ਬਹੁਤ ਵੱਡਾ ਘਾਟਾ। ਇਹਨੂੰ ਪੂਰਾ ਕਿੱਦਾਂ ਕੀਤਾ ਜਾ ਸਕਦਾ? ਇਹ ਰੈਣ ਪਈ ਤਬ ਅੰਤ ਨ ਜਾਣੇ, ਪੰਜ ਦੂਤ ਮਿਲ ਫਿਰੋਂ ਵਿਛੋੜੀ। ਪਰ ਦੱਸ ਵੀ ਦਿੱਤਾ ਕਾਰਨ ਵੀ ਮੈਨੂੰ ਵਿਛੋੜਿਆ ਕਿੰਨੇ ਹੈ ਤੇਰੇ ਤੋਂ। ਪੰਜ ਦੂਤ ਮੇਰੇ ਵੈਰੀ ਨੇ, ਵੈਰੀ, ਪੰਜ ਵੈਰੀ, ਉਹ ਵੈਰੀ ਆ ਕਹਿੰਦੇ ਆ ਨਾ, ਵੈਰੀ ਆ, ਬੜਾ ਦੁੱਖ ਦਿੱਤਾ ਤੂੰ ਮੇਰੇ ਵੈਰੀ ਆ। ਕਈ ਵਾਰ ਆਪਣਿਆਂ ਨੂੰ ਢਿੱਡੋਂ ਜੰਮਿਆਂ ਨੂੰ ਕਹਿ ਦਿੱਤਾ ਉਹ ਵੈਰੀ ਆ। ਮਹਾਰਾਜ ਜੀ ਕਹਿੰਦੇ ਪੰਜ ਦੂਤ ਮੈਂ ਇੱਥੇ ਲਿਖਿਆ ਵੈਰੀ। ਮਹਾਰਾਜ ਜੀ ਕਹਿੰਦੇ ਉਹ ਪੰਜ ਵੈਰੀ ਤੇਰੇ ਨਾਲ ਪੈਦਾ ਹੋ ਗਏ, ਪੰਜ ਦੂਤ ਮਿਲ ਫਿਰੋਂ ਵਿਛੋੜੀ। ਪੰਜ ਦੂਤ ਮਿਲ ਫਿਰੋਂ ਵਿਛੋੜੀ, ਭਰਮ ਰੋਵੇ ਹਾਥ ਵਿਛੋੜੀ। ਤੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਮੈਨੂੰ ਆਪਣੇ ਪਤੀ ਪ੍ਰਮਾਤਮਾ ਤੋਂ ਵਿਛੋੜ ਦਿੱਤਾ, ਪੰਜਾਂ ਵੈਰੀਆਂ ਨੇ, ਤੇ ਜੀਵ ਆਤਮਾ ਜਿਹੜੀ ਹੈ ਹੁਣ ਪਛਤਾਉਂਦੀ ਹੈ। ਭਰਮ ਰੋਵੇ ਹਾਥ ਪਛੋੜੀ। ਉਹ ਹੁਣ ਹੱਥ ਪਛੋੜਨਾ ਮਤਲਬ ਹੱਥ ਮਲਦੀ ਹੈ। ਜਿਵੇਂ ਇੱਕ ਪੰਜਾਬੀ ਦਾ ਮੁਹਾਵਰਾ ਹੈ, ਹੱਥ ਮਲਣਾ, ਹੱਥ ਮਲਦੇ ਰਹਿ ਗਏ ਵੀ ਪਛਤਾਵਾ। ਭਰਮ ਰੋਵੇ, ਭਟਕ ਕੇ ਉਹ ਜੀਵ ਆਤਮਾ ਰੋਂਦੀ ਹੈ, ਹਾਥ ਪਛੋੜੀ। ਉਸ ਦੇ ਜਿਹੜੇ ਹੈ ਹੱਥ ਮਲਦੇ ਰਹਿ ਜਾਂਦੇ ਨੇ। ਜਨ ਨਾਨਕ ਕੋ ਹਰ ਦਰਸ਼ ਦਿਖਾਇਆ, ਮੇਰੇ ਮਾਲਕ ਨੇ ਮੈਨੂੰ ਆਪਣਾ ਦਰਸ਼ਨ ਕਰਾ ਦਿੱਤਾ ਜਾਂ ਦੇ ਦਿੱਤਾ। ਆਤਮ ਚੀਨ ਪਰਮ ਸੁਖ ਪਾਇਆ। ਜਿਸ ਨੂੰ ਦਰਸ਼ਨ ਹੋਏ ਉਸ ਨੇ ਆਪਣੇ ਆਤਮਿਕ ਜੀਵਨ ਨੂੰ ਫਰੋਲਿਆ, ਪੜਤਾਲ ਕੀਤੀ,
ਆਪਣੇ ਸਵੈ ਪੜਚੋਲ ਕੀਤੀ। ਤੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਪਣੇ ਆਪ ਨੂੰ ਪੜ੍ਹਦਾ ਹੈ ਨਾ, ਉਹਦਾ ਜੀਵਨ ਆਨੰਦ ਭਰਪੂਰ ਹੋ ਜਾਂਦਾ ਹੈ। ਧਿਆਨ ਦੇਣਾ, ਜਿਹੜਾ ਦੂਸਰਿਆਂ ਨੂੰ ਪੜ੍ਹਦਾ ਹੈ ਨਾ, ਧਿਆਨ ਦੇਣਾ ਆਖਰੀ ਪੰਕਤੀ ਹੈ, ਜਿਹੜਾ ਦੂਸਰਿਆਂ ਨੂੰ ਪੜ੍ਹਦਾ ਉਹਦੀ ਆਤਮਾ ਭਾਰੀ ਹੋ ਜਾਂਦੀ ਹੈ, ਉਹਦੀ ਆਤਮਾ 'ਤੇ ਭਾਰ ਪੈਂਦਾ ਹੈ। ਕਿਉਂਕਿ ਜਦੋਂ ਬੰਦਾ ਦੂਸਰੇ ਨੂੰ ਪੜ੍ਹਦਾ, ਦੂਸਰੇ ਦੇ ਔਗਣ ਆਪਣੇ ਅੰਦਰ ਆਈ ਜਾਂਦੇ ਨੇ। ਜਿਹੜਾ ਬੰਦਾ ਆਪ ਨੂੰ ਪੜ੍ਹਦਾ ਇਮਾਨਦਾਰੀ ਦੇ ਨਾਲ, ਤੇ ਉਹਦੇ ਆਪਣੇ ਜਿਹੜੇ ਔਗਣ ਨੇ ਉਹ ਨਿਕਲੀ ਜਾਂਦੇ ਨੇ, ਉਹ ਹਲਕਾ ਹੋ ਜਾਂਦਾ। ਇਸ ਕਰਕੇ ਬਾਣੀ ਵਿੱਚ ਲਿਖਿਆ, ਜੇ ਪੜ੍ਹਨਾ ਤੇ ਆਪ ਨੂੰ ਪੜ੍ਹਨਾ, ਦੂਜਿਆਂ ਨੂੰ ਨਹੀਂ ਪੜ੍ਹਨਾ, ਦੂਜਿਆਂ ਨੂੰ ਨਹੀਂ। ਸੋ ਸਤਿਗੁਰੂ ਜੀ ਕਹਿੰਦੇ ਆਤਮ ਚੀਨ, ਚੀਨ ਦਾ ਮਤਲਬ ਪੜਤਾਲ ਕੀਤੀ ਆਪੇ ਦੀ। ਆਤਮ ਚੀਨ ਪਰਮ ਸੁਖ ਪਾਇਆ। ਜਿਸ ਨੇ ਸਵੈ ਪੜਚੋਲ ਕੀਤੀ, ਆਪਣੇ ਆਪ ਨੂੰ ਦੇਖਿਆ ਅੰਦਰੋਂ, ਪਈ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣ ਲੇਖ। ਇਸ ਤਰ੍ਹਾਂ ਜਦੋਂ ਦੇਖਿਆ ਤੇ ਫਿਰ ਮਹਾਰਾਜ ਜੀ ਕਹਿੰਦੇ ਉਸ ਨੇ ਆਤਮਕ ਜੀਵਨ ਜਾਂ ਆਤਮਕ ਆਨੰਦ ਪ੍ਰਾਪਤ ਕਰ ਲਿਆ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਬਹੁਤ ਹੀ ਪਿਆਰੀ ਵਿਚਾਰ, ਜੋ ਗੁਰੂ ਸਾਹਿਬ ਨੇ ਬੜੀ ਕਿਰਪਾ ਕਰਕੇ, ਬਹੁਤ ਮਿਹਰ ਕਰਕੇ ਸੇਵਾ ਲਈ ਹੈ। ਸੋ ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਜੋ ਤੁਸੀਂ ਵਿਚਾਰ ਸਰਵਣ ਕਰਦੇ ਹੋ ਨਾ, ਜੇ ਕਿਸੇ ਵਿਚਾਰ ਲਈ ਕੋਈ ਕਨਫਿਊਜ਼ਨ ਹੋਵੇ ਜਾਂ ਪਤਾ ਨਾ ਲੱਗੇ, ਤੇ ਤੁਸੀਂ ਜ਼ਰੂਰ ਮੇਰੇ ਨਾਲ ਵਿਚਾਰ ਕਰ ਸਕਦੇ ਹੋ। ਧਿਆਨ ਦੇਣਾ, ਕਿਸੇ ਨੂੰ ਇਸ ਤਰ੍ਹਾਂ ਲੱਗੇ ਵੀ ਆਹ ਗੱਲ ਜਿਹੜੀ ਹੈ ਜਚੀ ਨਹੀਂ, ਇਹ ਸਹੀ ਗੱਲ ਹੋ ਸਕਦਾ, ਕੋਈ ਪ੍ਰੋਪਰ ਤਾਂ ਹੈ ਨਹੀਂ ਦੁਨੀਆ ਵਿੱਚ, ਹੋ ਸਕਦਾ ਕਿਤੇ ਗਲਤ ਵੀ ਹੋਵੇ। ਇਹ ਜ਼ਰੂਰ ਤੁਸੀਂ ਵਿਚਾਰ ਦੇਣਾ, ਇਹ ਮੈਂ ਸਪੈਸ਼ਲ ਬੇਨਤੀ ਕਰਦਾ, ਕਿਉਂਕਿ ਆਪਣੇ ਵਿੱਚੋਂ ਵੀ ਨੁਕਸ ਫਿਰ ਨਿਕਲ ਜਾਂਦਾ ਹੈ। ਸੋ ਇਸ ਕਰਕੇ ਉਹ ਚੀਜ਼ ਨੂੰ ਅਸੀਂ ਵਿਚਾਰਨਾ, ਸੰਵਾਦ ਨਾ ਕਿ ਵਿਵਾਦ। ਕਈ ਵਾਰ ਕੋਈ ਗੱਲ ਐਸੀ ਹੁੰਦੀ ਹੈ ਕਿਸੇ ਨੂੰ ਸਮਝਣ ਦੇ ਵਿੱਚ ਉਹ ਨਹੀਂ ਆਉਂਦੀ, ਤੇ ਉਹਨੂੰ ਲੱਗਦਾ ਵੀ ਇਹ ਗੱਲ ਗਲਤ ਹੈ, ਪਰ ਉਹ ਗੱਲ ਸਹੀ ਹੁੰਦੀ ਹੈ। ਜਿਵੇਂ ਇੱਕ ਛੋਟਾ ਜਿਹਾ ਕਲਿੱਪ ਹੈ, ਗੱਲ ਨੂੰ ਕਲੀਅਰ ਨਹੀਂ ਕਰਦਾ, ਜਦੋਂ ਪੂਰੀ ਗੱਲ ਸੁਣੀ ਜਾਏ ਉਹ ਗੱਲ ਕਲੀਅਰ ਹੁੰਦੀ ਹੈ, ਉਹ ਗੱਲ ਕਲੀਅਰ ਹੁੰਦੀ ਹੈ। ਇਸ ਕਰਕੇ ਪੂਰੀ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਸਰਵਣ ਕਰਕੇ ਅਸੀਂ ਉਸ ਤੋਂ ਲਾਹਾ ਲੈ ਸਕਦੇ ਹਾਂ, ਆਪਣਾ ਜੀਵਨ ਗੁਰਮਤ ਵਾਲਾ ਬਣਾ ਸਕਦੇ ਹਾਂ, ਅਤੇ ਆਪਣੇ ਜੀਵਨ ਦੇ ਵਿੱਚ ਬਹੁਤ ਬਦਲਾਵ ਆਵੇਗਾ। ਬਹੁਤ ਵੱਡਾ ਗਿਆਨ ਸਾਨੂੰ ਸ਼ਬਦ ਦੀ ਵਿਚਾਰ ਰਾਹੀਂ ਮਿਲੇਗਾ। ਹਉ ਤਿਨਕੇ ਬਲਹਾਰ ਨੇ ਜਿਨੀ ਸੱਚ ਰੱਖਿਆ ਔਰ ਧਾਰ, ਨਾਨਕ ਨਾਮੇ ਸਭ ਹਰਿਆਵਲੀ ਗੁਰ ਕੇ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਦੇ ਵਿਚਾਰ ਦੇ ਨਾਲ ਅੰਦਰੋਂ ਹਰਿਆ ਹੋਣਾ। ਸੋ ਸਤਿਸੰਗ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਬੇਨਤੀ ਹੈ। ਸੋ ਦਿਨਾਂ ਦਾ ਫਰਕ ਜੋ ਪੈ ਰਿਹਾ ਹੈ ਉਸ ਦੇ ਹਿਸਾਬ ਨਾਲ ਬੇਨਤੀ ਹੈ ਆਪ ਜੀ ਨੂੰ, ਜੋ ਸਵੇਰ ਦੀ ਸਮਾਪਤੀ ਹੈ ਇਹ 6:15 ਹੋਵੇਗੀ, ਅੱਗੇ 6:30 ਹੁੰਦੀ ਹੈ, 6 ਵਜੇ ਅਰਦਾਸ ਹੋਵੇਗੀ, 6:15 ਸਮਾਪਤੀ ਹੋਵੇਗੀ। ਸ਼ਾਮ ਨੂੰ ਜੋ ਰਹਿਰਾਸ ਸਾਹਿਬ ਹੈ ਉਹ ਇਸ ਵੇਲੇ 6:45 ਹੁੰਦੀ ਹੈ, 5-7 ਮਿੰਟ ਅੱਗੇ ਅਸੀਂ ਕਰ ਸਕਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਹੋਰ 5-5 ਮਿੰਟ ਅੱਗੇ ਕਰਾਂਗੇ, ਕਿਉਂਕਿ ਸੂਰਜ ਉਸ ਵੇਲੇ ਹੁੰਦਾ ਹੈ। ਇਸ ਕਰਕੇ ਜੋ ਸਵੇਰ ਦਾ ਸਮਾਂ ਹੈ, ਜੋ ਸਮਾਪਤੀ ਹੈ ਉਹ ਜਿਹੜੀ ਹੈ ਉਹ 6:15 ਹੈ। ਇਸ ਦੌਰਾਨ ਆਪ ਜੀ ਨੇ ਦਰਸ਼ਨ ਦੀਦਾਰ ਕਰਨੇ, ਕੀਰਤਨ ਕਥਾ ਸਰਵਣ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।